ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨਾ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਾਰਾਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਦਿਜ ਬਰ ਹੋਏਰੀ। ਦੁਰਗਾ ਭਗਤ ਵਿਸਾਲ ਨਿਤ ਪਤ ਪੂਜਾ ਬਹੁ ਕਰੇ। ਧਰੇ ਗਿਆਨ ਸਭ ਕਾਲ ਦਿਜ ਬਰ ਖੇਡਾ ਸੋਏਰੀ। ਦੁਰਗਾ ਭਗਤ ਵਿਸਾਲ ਨਿਤ ਪ੍ਰਤ ਪੂਜਾ ਬਹੁ ਕਰੇ। ਧਰੇ ਗਿਆਨ ਸਭ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇ ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ ਕਰੁਣਾ ਨਿਦਾਨ ਜਗ ਦਾਤੇ ਗੁਰੂ ਗਰੀਬ ਨਵਾਜ ਨੇਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਾਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰਕੇ ਦਰਸ਼ਨ ਦੀਦਾਰ ਕਰਨੇ ਦਾ ਪਵਿੱਤਰ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਮਾਇਆ ਦਇਆ ਮਿਹਰਾਮਤ ਸਦਕਾ ਆਪਾਂ ਪਾਵਨ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਪਿਛਲੇ ਸਮੇਂ ਤੋਂ ਗੁਰੂ ਦਰਬਾਰ ਅੰਦਰ ਚੱਲ ਰਹੀ ਲੜੀਵਾਰ ਪਾਵਨ ਇਤਿਹਾਸ ਦੀ ਗਾਥਾ ਆਪ ਪ੍ਰੇਮੀ ਜਨ ਬਹੁਤ ਭਾਵਨਾ ਅਦਬ ਸਤਿਕਾਰ ਦੇ ਨਾਲ ਮਹਾਰਾਜ ਦੇ ਹਜ਼ੂਰ ਬੈਠ ਸੁਣ ਕਰਕੇ ਆਪਣਾ ਜਨਮ ਸਫਲਾ ਬਣਾਉਂਦੇ ਹੋ। ਧੰਨ ਧੰਨ ਚੌਜੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦੇਵ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਅੰਮ੍ਰਿਤ ਰੂਪ ਗਾਥਾ ਜਿਹਦੇ ਵਿੱਚ ਕਵੀ ਦੀਆਂ ਇੱਕ ਪ੍ਰਸੰਗ ਸਤਿਗੁਰਾਂ ਦੀ ਮਹਾਨ ਮਹਿਮਾ ਜਣਾਉਂਦਾ ਹੋਇਆ ਲਿਖਿਆ ਅੰਕਿਤ ਕੀਤਾ ਹੈ। ਸਤਿਗੁਰਾਂ ਦੇ ਦਰੋਂ ਘਰੋਂ ਹਰ ਕੋਈ ਵਰਸਾਇਆ ਜਾਂਦਾ ਹੈ। ਇਹਦੇ ਵਿੱਚ ਇੱਕ ਪ੍ਰਸੰਗ ਕੋੜੀ ਦਾ ਆਇਆ। ਕਹਿੰਦੇ ਕੋਈ ਐਸਾ ਕਰਮਾਂ ਦਾ ਮਾਰਿਆ ਹੋਇਆ ਕੋੜੀ ਹੋਇਆ, ਨਾ ਮਾਂ ਹੈ ਨਾ ਬਾਪ ਹੈ ਤੇ ਘਰ ਘਾਟ ਵੀ ਕੋਈ ਨਹੀਂ। ਪ੍ਰੇਮਾ ਇਸ ਦਾ ਨਾਂ ਸੀ। ਕੋਈ ਇਹਨੂੰ ਲਾਗੇ ਨਾ ਲੱਗਣ ਦੇਵੇ। ਸਾਰਾ ਸਰੀਰ ਇਹਦਾ ਕੋੜ ਨਾਲ ਗਲਿਆ ਹੋਇਆ। ਇਥੋਂ ਤੀਕਰ ਕਿ ਇਸ ਕੋੜੀ ਦੇ ਹੱਥ ਵੀ ਕੋੜ ਦੇ ਨਾਲ ਝੜ ਚੁੱਕੇ ਸੀ। ਸਰੀਰ ਵਿੱਚੋਂ ਹੱਡ ਦਿਸਦੇ ਐ। ਦਾਲੇ ਮੱਖੀਆਂ ਭਿਣਕਦੀਆਂ, ਬਹੁਤ ਮੰਦੀ ਬਦਬੂ ਵਾਸਨਾ ਜਿਹੜੀ ਇਹਦੇ ਪਾਸੋਂ ਆਉਂਦੀ ਹੈ। ਕੋਈ ਇਹਦੇ ਪਾਸ ਕੀ ਆਉਣਾ, ਇਹਨੂੰ ਲਾਗੇ ਖੜਨ ਨਹੀਂ ਦਿੰਦਾ ਤੇ ਇਸ ਤਰ੍ਹਾਂ ਬਹੁਤ ਨਰਕ ਭੋਗਦਾ ਹੈ। ਇੱਕ ਦਿਨ ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਹੋਣੀ ਹੋਵੇ, ਇਹ ਪ੍ਰੇਮੇ ਨਾਮ ਦੇ ਕੋੜੀ ਨੇ ਗੋਇੰਦਵਾਲ ਸਾਹਿਬ ਨੂੰ ਜਾਂਦੀ ਹੋਈ ਸੰਗਤ ਕਿਤੇ ਵੇਖੀ ਕੀਰਤਨ ਗਾਉਂਦੇ ਹੋਏ। ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਬਹੁਤਾ ਨਹੀਂ, ਅੱਜ ਤੋਂ ਕੋਈ 25-30 ਵਰ੍ਹੇ ਪਹਿਲਾਂ ਵੀ ਖਾਲਸਾ ਜੀ ਸੰਗਤਾਂ ਜਦੋਂ ਗੁਰੂ ਦਰਬਾਰਾਂ ਨੂੰ ਜਾਂਦੀਆਂ ਸਨ, ਰਸਤੇ ਵਿੱਚ ਉਹਨਾਂ ਨੇ ਪ੍ਰੇਮ ਭੇਟਾਵਾਂ ਗਾਉਂਦੇ ਜਾਣਾ, ਤਾਰਨਾ ਮਾਈਆਂ ਨੇ ਗਾਉਂਦੀਆਂ ਜਾਣਾ। ਗੁਰੂ ਘਰਾਂ ਵਿੱਚ ਜੇ ਸੇਵਾ ਕਰਨੀ ਤੇ ਮਾਈਆਂ ਨੇ ਪ੍ਰਸ਼ਾਦੇ ਪਕਾਉਣੇ, ਨਾਲੇ ਗੁਰੂ ਕਾ ਜਸ ਕਰਨਾ। ਇਸ ਤਰ੍ਹਾਂ ਸੰਗਤਾਂ ਕਰਦੀਆਂ ਹੋਈਆਂ ਮਹਾਰਾਜ ਦੀ ਵਡਿਆਈ ਤੇ ਗੋਇੰਦਵਾਲ ਜਾਂਦੀਆਂ। ਇਹ ਪ੍ਰੇਮੇ ਨੇ ਵੇਖ ਕੇ ਪੁੱਛਿਆ ਵੀ ਕਿੱਧਰ ਜਾ ਰਹੇ ਹੋ, ਇੰਨੀ ਮਸਤੀ ਚੜੀ ਹੈ। ਉਸ ਸਿੱਖ ਨੇ ਦੱਸਿਆ ਵੀ ਅਸੀਂ ਤਾਂ ਗੋਇੰਦਵਾਲ ਸਾਹਿਬ ਜਾ ਰਹੇ ਹਾਂ।
ਗੁਰੂ ਅਮਰਦੇਵ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਕਰਨ। ਤੇ ਇਹਨੇ ਪੁੱਛਿਆ ਵੀ ਅੱਛਾ ਉਥੋਂ ਕੀ ਮਿਲਦਾ ਹੈ? ਕਹਿੰਦੇ ਘੋੜਿਆ ਇਹ ਪੁੱਛ ਵੀ ਉਥੋਂ ਮਿਲਦਾ ਕੀ ਨਹੀਂ, ਮੇਰਾ ਰੋਗ ਠੀਕ ਹੋ ਜਾਵੇਗਾ। ਕਹਿੰਦੇ ਆ ਕਿ ਉੱਥੇ ਮਰੇ ਜਿਉਂ ਪੈਂਦੇ ਆ ਤੇ ਤੂੰ ਕੱਲੇ ਕੋੜ ਨੂੰ ਰੋਣਾ। ਇਹ ਸੁਣ ਕੇ ਪ੍ਰੇਮਾ ਬੜਾ ਵੈਰਾਗੀ ਹੋਇਆ ਵੀ ਇਹੋ ਜਿਹੇ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਆ। ਕੀ ਆ ਮੇਰਾ ਵੀ ਕਿਤੇ ਸਮਾਂ ਸਫਲ ਹੋ ਜਾਵੇ, ਸਮਾਂ ਪਲਟ ਜਾਵੇ। ਹੁਣ ਹੱਥ ਪੈਰ ਤਾਂ ਹੈ ਨਹੀਂ ਸੀ, ਤੁਰਿਆ ਜਾਂਦਾ ਨਹੀਂ ਸੀ, ਹੱਥਾਂ ਨਾਲ ਚੂਕਣਾ ਦੇ ਭਾਰ ਹੀ ਵਿਚਾਰਾ ਸਰੀਰ ਜਾਂ ਧੂੰਦਾ ਹੋਇਆ ਉਹ ਤੁਰ ਪਿਆ। ਬੜੇ ਸਮੇਂ ਲੰਘ ਗਏ, ਕਈ ਮਹੀਨਿਆਂ ਵਿੱਚ ਗੋਇੰਦਵਾਲ ਪਹੁੰਚਾ ਤੇ ਇਸ ਤਰ੍ਹਾਂ ਦਰਵਾਜ਼ੇ 'ਚ ਬੈਠਾ ਸਿੱਖਾਂ ਆਖਿਆ ਵੀ ਹੁਣ ਕੋੜੀ ਦਾ ਅੰਦਰ ਜਾਣਾ ਤਾਂ ਔਖਾ ਹੈ, ਰੋਕ ਦਿੱਤਾ। ਫਿਰ ਵਿਚਾਰ ਕੀਤੀ ਵੀ ਮੈਨੂੰ ਦਰਸ਼ਨ ਨਹੀਂ ਹੋ ਸਕਦੇ। ਸਿੱਖ ਕਹਿੰਦੇ ਹੋਣਗੇ ਦਰਸ਼ਨ, ਪਰ ਜੇ ਗੁਰੂ ਅਮਰਦਾਸ ਮਹਾਰਾਜ ਤੈਨੂੰ ਆਪ ਸੱਦ ਲੈਣ। ਇਹ ਉੱਥੇ ਬੈਠਾ ਹੀ ਉੱਚੀ ਉੱਚੀ ਗਾਉਂਦਾ ਹੈ, ਮੇਰਾ ਗਿਆ ਕਛੋਟਾ ਲੱਦਾ ਫੇਰ। ਕਿਹੇ ਲੋਕੋ ਮੇਰਾ ਜਿਹੜਾ ਪੜਦਾ ਸੰਸਾਰ ਵਿੱਚ ਪੱਤ ਰੁਲ ਗਈ ਸੀ, ਉਹ ਗੁਰੂ ਅਮਰਦਾਸ ਮਹਾਰਾਜ ਦੇ ਦਰੋਂ ਘਰੋਂ ਲੱਭ ਪਈ ਹੈ। ਇਸ ਤਰ੍ਹਾਂ ਗਾਉਂਦਾ ਹੈ। ਕਈ ਦਿਨ ਮਹੀਨੇ ਲੰਘ ਗਏ, ਜਾਂ ਕਹਿ ਲਓ ਕੁਝ ਦਿਨ ਲੰਘੇ ਹੈ, ਕੋਈ ਮਹੀਨਾ ਸਵਾ ਮਹੀਨਾ, ਇਸ ਤਰ੍ਹਾਂ ਰੋਜ਼ ਹੀ ਗਾਉਂਦੇ ਦੇ ਦੰਦਲਾਂ ਪੈਂਦੀਆਂ, ਡਿੱਗ ਪੈਂਦਾ ਉੱਠ ਕੇ ਫਿਰ ਗਾਉਣ ਲੱਗ ਜਾਂਦਾ ਹੈ। ਇਸ ਤਰ੍ਹਾਂ ਉੱਚੀ ਉੱਚੀ ਗਾਉਂਦੇ ਹੋਏ ਦੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਜਦੋਂ ਮਨ ਵਿੱਚ ਮਿਹਰ ਆਈ ਤੇ ਸਤਿਗੁਰਾਂ ਨੇ ਜਾਂ ਸਿੱਖਾਂ ਬੇਨਤੀ ਕੀਤੀ, ਮਹਾਰਾਜ ਬਾਹਰ ਇੱਕ ਘੋੜਾ ਹੈ ਤੇ ਬੜਾ ਸੁੰਦਰ ਆਵਾਜ਼ ਵਿੱਚ ਗਾਉਂਦਾ ਹੈ, ਪਰ ਉਹ ਕਹਿੰਦਾ ਕੀ ਹੈ, ਮੇਰਾ ਗਿਆ ਇੱਕ ਛੋਟਾ ਲੱਦਾ ਫੇਰ। ਇਹਦਾ ਸਾਨੂੰ ਮਤਲਬ ਨਹੀਂ ਪਤਾ ਲੱਗਦਾ ਵੀ ਗਾਉਂਦਾ ਕੀ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਜਾਨੀ ਜਾਣ ਹੈ, ਸਤਿਗੁਰੂ ਕਹਿੰਦੇ ਸਾਨੂੰ ਪਤਾ ਹੈ ਕੀ ਗਾਉਂਦਾ ਹੈ। ਉਹ ਗਾਉਂਦਾ ਹੈ ਵੀ ਮੇਰੀ ਰੁਲੀ ਹੋਈ ਪੱਤ ਗੁਰੂ ਨਾਨਕ ਪਾਤਸ਼ਾਹ ਦੇ ਦਰਾਂ ਚੋਂ ਲੱਭ ਪਈ ਹੈ, ਕਛੋਟਾ ਨਾਮ ਪੜਦੇ ਦਾ, ਮੇਰਾ ਗਿਆ ਕਛੋਟਾ ਲੱਦਾ ਫੇਰ। ਫਿਰ ਭਾਵ ਮੋੜ ਆਇਆ। ਤੋ ਕੁਝ ਦਿਨ ਫਿਰ ਬੀਤ ਗਏ। ਇੱਕ ਦਿਨ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਕਿ ਜਾਓ ਕੋੜੀ ਨੂੰ ਸਾਡੇ ਪਾਸ ਲੈ ਕੇ ਆਓ। ਉਸ ਤੋਂ ਪਹਿਲਾਂ ਇਹਨੂੰ ਜਿੱਥੇ ਸਾਡਾ ਇਸ਼ਨਾਨ ਵਾਲਾ ਜਲ ਖੜਦਾ ਹੈ ਨਾ ਟੋਭੇ 'ਚ, ਉੱਥੋਂ ਇਸ਼ਨਾਨ ਕਰਵਾਓ। ਫਿਰ ਲਾਲ ਸੂਹੇ ਵਸਤਰ ਫੁਲਕਾਰੀ ਆਦਿਕ ਵਿੱਚ ਲਪੇਟ ਕੇ ਪੂਰੀ ਤਰ੍ਹਾਂ ਕੱਜ ਕੇ ਦਰਬਾਰ 'ਚ ਲੈ ਆਓ। ਇਸ ਤਰ੍ਹਾਂ ਸਿੱਖਾਂ ਨੇ ਇਸ਼ਨਾਨ ਪਾਣ ਉਹਦਾ ਕਰਵਾਇਆ। ਲਾਲ ਸੂਹੇ ਵਸਤਰ ਵਿੱਚ ਪੂਰੀ ਤਰ੍ਹਾਂ ਲਪੇਟ ਕੇ ਲੈ ਆਂਦਾ ਮਹਾਰਾਜ ਦੇ ਸਨਮੁਖ, ਤੇ ਮਹਾਰਾਜ ਨੇ ਮੇਰ ਭਰੀ ਦ੍ਰਿਸ਼ਟੀ ਮਾਰੀ। ਜਿਹਦੇ ਹੱਥ ਹੀ ਹੈ ਨਹੀਂ ਸੀ, ਪੈਰ ਹੀ ਝੜ ਚੁੱਕੇ ਸੀ, ਉਹਨੇ ਆਪਦੇ ਹੱਥਾਂ ਦੇ ਨਾਲ ਉਹ ਕੱਪੜਾ ਉਹਦੇ ਮੁਖ ਤੋਂ ਲਾਹਿਆ। ਜਦੋਂ ਜਿੱਧਰ ਜਿੱਧਰ ਮਹਾਰਾਜ ਦ੍ਰਿਸ਼ਟੀ ਮਾਰਦੇ ਜਾਣ, ਸਾਰਾ ਕੋੜ ਦਾ ਰੋਗ ਦੂਰ ਹੁੰਦਾ ਜਾਵੇ। ਤੇ ਕਈ ਥਾਈਂ ਲਿਖਿਆ, ਸਿੱਖਾਂ ਮਜ਼ਾਕ ਨਾਲ ਆਖਿਆ, ਮਹਾਰਾਜ ਇਹ ਤਾਂ ਇਉਂ ਲੱਗਦਾ ਜਿਵੇਂ ਘੋੜੀ ਚੜ੍ਹਨ ਵਾਲਾ ਲਾੜਾ ਹੁੰਦਾ, ਉਹ ਇਸ਼ਨਾਨ ਕਰਨ ਤੋਂ ਬਾਅਦ ਲਾਲ ਕੱਪੜੇ 'ਚ ਜਿਵੇਂ ਬੁੱਕਲ ਮਾਰਦੇ ਆ। ਮਹਾਰਾਜ ਕਹਿੰਦੇ ਇਹ ਵੀ ਸਿੱਖੋ, ਤੁਹਾਡੀ ਹੋਣੀ ਪੂਰਦ ਨੇ ਇੱਛਾ। ਕੋਈ ਹੈ ਸਿੱਖ ਜਿਹੜਾ ਆਪਦੀ ਧੀ ਦਾ ਰਿਸ਼ਤਾ ਘੋੜੇ ਨੂੰ ਕਰੇ? ਇਹਦਾ ਨਾਮ ਮਹਾਰਾਜ ਨੇ ਮੁਰਾਰੀ ਰੱਖਿਆ। ਮੁਰਾਰੀ ਨੂੰ ਕੋਈ ਸਿੱਖ ਆਪਣੀ ਪੁੱਤਰੀ ਵਿਆਹੁਣ ਯੋਗ ਦਾ ਰਿਸ਼ਤਾ ਕਰੇ, ਕੋਈ ਹੋਰ ਤਾਂ ਬੋਲਿਆ ਨਾ, ਸਿਦਕੀ ਥੋੜ੍ਹੇ ਹੀ ਹੁੰਦੇ ਆ। ਤੇ ਭਾਈ ਸ਼ੀਹਾਂ ਜੀ ਉੱਪਲ ਖੜੇ ਹੋ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਵਿੱਚ ਵਿਆਹੁਣ ਯੋਗ ਪੁੱਤਰੀ ਹੈ, ਠਹਿਰੋ ਮੈਂ ਲੈ ਆਵਾਂ। ਉਹ ਇਹਦੀ ਪਤਨੀ ਤੇ ਬੱਚੀ ਸੇਵਾ ਕਰ ਰਹੀਆਂ ਸੀ ਲੰਗਰ ਵਿੱਚ। ਪਤਨੀ ਨੂੰ ਟਾਲ ਮਟੋਲ ਕਰਕੇ ਪੁੱਤਰੀ ਨੂੰ ਲੈ ਆਇਆ ਤੇ ਮਹਾਰਾਜ ਦੇ ਚਰਨੀ ਮੱਥਾ ਟੇਕਿਆ। ਸਤਿਗੁਰਾਂ ਦੀਆਂ ਪਰਿਕਰਮਾ ਹੋਈਆਂ ਤੇ ਇਹ ਮੱਥੋ ਨਾਮੇ ਲੜਕੀ ਦਾ ਵਿਆਹ ਇਸ ਮੁਰਾਰੀ ਨਾਲ ਹੋਇਆ। ਉਹਨੇ ਸ਼ੀਹ ਉੱਪਲ ਦੀ ਘਰਵਾਲੀ ਨੂੰ ਪਤਾ ਲੱਗਿਆ
ਉਹ ਮਾਈ ਬਲ ਦੇ ਭਾਂਬੜ ਵਾਂਗੂ ਮਹਾਰਾਜ ਪਾਸ ਆ ਕੇ ਉੱਚੀ ਉੱਚੀ ਪਿੱਟਣ ਲੱਗੀ, ਰੋਂਦੀ ਹੈ। ਮਹਾਰਾਜ ਦਾ ਘਰ ਨਹੀਂ, ਬਾਹਰ ਨਹੀਂ, ਨਾ ਮਾਂ ਨਾ ਬਾਪ, ਤੇ ਜਨਮ ਜਨਮ ਦਾ ਕੋੜਾ, ਤੇ ਮੇਰੀ ਪੁੱਤਰੀ ਨਾਲੇ ਕੀ ਭਾਣਾ ਵਰਤਾਇਆ, ਤੁਸਾਂ ਸੋਚਣਾ ਚਾਹੀਦਾ ਸੀ। ਇਹਦੀ ਮਾਂ ਬਾਪ ਨਹੀਂ ਕੋਈ। ਮਹਾਰਾਜ ਕਹਿੰਦੇ ਮਾਈ ਮਾਂ ਬਾਪ ਦੀ ਕਿਹੜੀ ਗੱਲ ਹੈ, ਲੈ ਜਾਣ ਵੀ ਗੁਰੂ ਅਮਰਦਾਸ ਪੁੱਤ ਨਾਲ ਤੇਰੀ ਧੀ ਵਿਆਹੀ ਗਈ, ਫਿਰ ਕਾਹਦਾ ਬੋਲਣਾ ਸੀ। ਚੁੱਪ ਹੋ ਗਈ। ਫਿਰ ਆਖਿਆ ਵੀ ਜਿਹਨੂੰ ਤੂੰ ਕਹਿੰਦੀ ਆ ਨਾ ਇਹਨੂੰ ਵੀ ਮਲੰਗ ਹੈ ਕੁਛ ਨਹੀਂ ਘਰ ਵਿੱਚ, ਤੇ ਸਾਰਾ ਸੰਸਾਰ ਇਹਨਾਂ ਦੇ ਚਰਨੀ ਪਏਗਾ। ਮੱਥੋ ਮੁਰਾਰੀ ਨਾਮ ਬਖਸ਼ ਕਰਕੇ ਨਾ ਦੋਵਾਂ ਪਤੀ ਸਤੀ ਨੂੰ ਮਹਾਰਾਜ ਨੇ ਬੇਅੰਤ ਅਜਮਤਾਂ ਕਰਾਮਾਤਾਂ ਜੁਗਤੀਆਂ ਦਿੱਤੀਆਂ। ਤੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਮੰਜੀ ਸਥਾਪਿਤ ਕੀਤਾ, ਪ੍ਰਚਾਰਕ ਥਾਪਿਆ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ। ਤੋ ਇਹ ਮਹਿਮਾ ਗੁਰੂ ਕੇ ਦਰ ਕਰਦੀ ਬੇਅੰਤ ਆਪਾਂ ਪਿੱਛੇ ਵਿਚਾਰੀ ਸੁਣੀ ਹੈ। ਕਵੀ ਜੀ ਕਹਿੰਦੇ ਆ ਹੁਣ ਅੱਗੇ ਕੁਝ ਰਹਿ ਹੀ ਨਹੀਂ ਗਿਆ ਬੋਲਣ ਯੋਗ, ਵੀ ਸਿਫਤ ਹੋਰ ਕਰੀਏ ਕਿ ਸੱਚੇ ਪਾਤਸ਼ਾਹ ਮਹਾਰਾਜ ਤਾਂ ਗੁਰੂ ਗਰੀਬ ਨਿਵਾਜ ਦਇਆ ਦੇ ਸਾਗਰ ਹੈ, ਜਿੱਥੇ ਕੋੜੇ ਵਰੋਸਾਏ ਜਾਂਦੇ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੁਝ ਕੱਲ ਸੁਣਿਆ, ਵਿਚਾਰਿਆ ਹੈ। ਅੱਗੇ ਜਿਵੇਂ ਇੱਕ ਪਖੰਡੀ ਬ੍ਰਾਹਮਣ ਦਾ ਭਰਮ ਮਹਾਰਾਜ ਦੂਰ ਕਰਦੇ ਹੈ, ਉਹ ਵੀ ਕਥਾ ਆਪਾਂ ਸੁਣੀਏ। ਗਰੀਬ ਨਵਾਜ ਨੂੰ ਦੇ ਵਿੱਚ ਵਸਾਉਂਦਿਆਂ ਹੋਇਆਂ ਰਸਨਾ ਕਰੋ ਜੀ ਪਵਿੱਤਰ, ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੇਵ ਖੇਡਾ ਸੋਇਰੀ। ਉਹ ਮਹਾਰਾਜ ਦੀ ਸਿਫਤ ਕਰਦੇ ਆ। ਕਵੀ ਸੰਤੋਖ ਸਿੰਘ ਜੀ ਦੱਸਦੇ ਆ, ਇਹ ਸਰੋਤਾ ਜਣੋ ਸਤਿਗੁਰਾਂ ਦੇ ਦਰੋਂ ਘਰੋਂ ਬੜੇ ਜੀਵ ਵਰਸਾਏ ਜਾ ਰਹੇ ਹੈ। ਇੱਕ ਬ੍ਰਾਹਮਣ ਖੇਡਾ ਜੀ ਦਾ ਨਾਮ ਹੈ, ਸੋਇਰੀ ਜੀ ਦੀ ਅੱਲ ਹੈ। ਭਾਈ ਗੁਰਦਾਸ ਜੀ ਨੇ ਸੋਇਨੀ ਲਿਖਿਆ। ਸੋਇਨੀ ਨਾਮ ਭਾਵੇਂ ਬ੍ਰਾਹਮਣਾਂ ਦੀ ਇੱਕ ਜਾਤ ਹੈ ਸੋਇਨੀ। ਤੋ ਸੋਇਨੀ ਜਾਤ ਦਾ ਬ੍ਰਾਹਮਣ ਜਿਹੜਾ ਹੈ, ਖੇਡਾ ਜਿਸ ਦਾ ਨਾਮ ਹੈ। ਦੁਰਗਾ ਭਗਤ ਵਿਸਾਲ ਜਿਹੜੀ ਹੁੰਦੀ ਹੈ ਦੇਵੀ, ਇਹਦਾ ਬੜਾ ਵੱਡਾ ਭਗਤ ਹੈ। ਨਿਤ ਪ੍ਰਤ ਪੂਜਾ ਬਹੁ ਕਰੇ। ਤੇ ਨਿਤਾ ਪ੍ਰਤੀ ਇਸ ਦੁਰਗਾ ਮਾਈ ਦੀ ਬੜੀ ਪੂਜਾ ਕਰਦਾ ਹੈ। ਧਰੇ ਗਿਆਨ ਸਭ ਕਾਲ ਤੇ ਸਾਰੇ ਸਮੇਂ ਉਸੇ ਦਾ ਗਿਆਨ ਧਿਆਨ ਧਰਦਾ, ਦੁਰਗਾ ਦੀ ਪੂਜਾ ਕਰਦਾ ਹੈ, ਉਸੇ ਦਾ ਹੀ ਗਿਆਨ ਧਿਆਨ ਧਾਰਦਾ ਹੈ। ਚੌਪਈ ਨਰ ਸਮੁਦਾਇ ਮਿਲਹਿ ਟਿਗ ਆਵੈ। ਤੇ ਇਸੇ ਤਰ੍ਹਾਂ ਬੇਅੰਤ ਜਿਹੜੇ ਵਾ ਦੇਵੀ ਦੇ ਉਪਾਸ਼ਕ ਲੋਕ ਹੈ, ਭਗਤ ਹੈ ਦੇਵੀ ਦੇ, ਉਹ ਆਣ ਕੇ ਇਹਦੇ ਪਾਸ ਆ ਠਹਿਰਦੇ ਹੈ, ਮਿਲਦੇ ਹੈ ਖੇਡੇ ਬ੍ਰਾਹਮਣ ਨੂੰ। ਸ਼੍ਰੀ ਦੁਰਗਾ ਕੇ ਦਰਸ਼ਨ ਭਾਜਾਵੈ। ਤੇ ਇਹ ਉਹਨਾਂ ਨੂੰ ਨਾਲ ਲੈ ਕੇ ਅੱਗੇ ਮੁਖੀ ਬਣ ਕੇ ਸ਼੍ਰੀ ਦੁਰਗਾ ਦੇਵੀ ਦੇ ਦਰਸ਼ਨ ਕਰਾਉਣ ਵਾਸਤੇ ਅੱਗੇ ਹੋ ਲਿਜਾਂਦਾ। ਭਾਵ ਉਹ ਜਿਵੇਂ ਹਜੂਮ ਜਥੇ ਜਾਂਦੇ ਆ ਦਰਸ਼ਨਾਂ ਨੂੰ ਦੇਵੀ ਦਿਆਂ ਨੂੰ, ਇਸ ਤਰ੍ਹਾਂ ਖੇਡਾ ਬ੍ਰਾਹਮਣ ਜਥੇ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਲੈ ਸਭ ਲੋਕਾਂ ਭਗਤਾਂ ਨੂੰ ਜਾਂਦਾ ਹੈ। ਸੰਮਤ ਮਹਿ ਜੁਗ ਯਾਤਰਾ ਕਰਹੀ। ਇੱਕ ਸਾਲ ਦੇ ਵਿੱਚ 2 ਯਾਤਰਾ ਸ਼ਮਾਈ ਬਾਅਦੇ ਲੈ ਕੇ ਜਥੇ ਜਾਂਦਾ, ਯਾਤਰਾ ਕਰਦਾ ਹੈ। ਨਿਰਜਲ ਨਿਰਾਹਾਰ ਬ੍ਰਤ ਧਰਹੀ। ਤੇ ਵਰਤ ਨਿਯਮੇ ਰੱਖਦੇ ਆ, ਬਿਨਾਂ ਪਾਣੀ ਪੀਂਦੇ ਆ, ਨਾ ਕੁਝ ਖਾਂਦੇ, ਨਿਰਾਹਾਰ ਰਹਿੰਦੇ ਆ, ਬਿਨਾਂ ਪਾਣੀ ਤੋਂ ਬਿਨਾਂ ਜਲ ਤੋਂ ਰਹਿੰਦੇ ਆ, ਯਾਤਰਾ ਕਰਦੇ ਆ। ਇੱਕ ਵਾਰੀ ਯਾਤਰਾ ਕੋ ਚੱਲਿਓ। ਇਸ ਤਰ੍ਹਾਂ ਸਾਲ 'ਚ 2 ਵਾਰੀ ਯਾਤਰਾ ਕਰਦੇ ਆ। ਇਹ ਨਾਲ ਜਾਂਦਾ ਸਾਰਿਆਂ ਦੇ ਅੱਗੇ ਲੱਗ। ਇੱਕ ਵਾਰੀ ਕਹਿੰਦੇ ਆ ਇਹ ਸਾਰੇ ਜਥੇ ਨੂੰ ਲੈ ਕੇ ਖੇੜਾ ਬ੍ਰਾਹਮਣ ਜਦੋਂ ਯਾਤਰਾ ਕਰਨ ਗਿਆ ਹੈ, ਜਿਸ ਕੇ ਸੰਗ ਬ੍ਰਿੰਦ ਨਰ ਮਿਲਿਓ। ਇਹਦੇ ਨਾਲ ਬੜੇ ਭਗਤ ਦੇਵੀ ਦੇ ਚੱਲ ਰਹੇ ਆ ਯਾਤਰਾ ਕਰਨ ਵਾਸਤੇ। ਚਲਤ ਪੰਥ ਮਹਿ ਗੁਰਪੁਰ ਆਵਾ। ਚੱਲਦਿਆਂ ਹੋਇਆਂ ਇੱਥੋਂ ਲੰਘੇ ਆ ਗੁਰਪੁਰੀ ਗੋਇੰਦਵਾਲ ਸਾਹਿਬ।
ਜਦੋਂ ਗੋਇੰਦਵਾਲ ਸਾਹਿਬ ਦਾ ਪਾਵਨ ਗੁਰੂ ਕਾ ਨਗਰ ਆਇਆ ਹੈ। ਦਰਸ਼ਨ ਕਰਵੇ ਕੋ ਲਲਚਾਵਾ। ਇਹਨੇ ਸਿਫਤ ਪਹਿਲਾਂ ਸੁਣੀ ਸੀ ਖੇੜੇ ਬ੍ਰਾਹਮਣ ਨੇ ਗੁਰੂ ਅਮਰਦਾਸ ਮਹਾਰਾਜ ਦੀ, ਤੇ ਮਨ ਵਿੱਚ ਲਾਲਚ ਹੋਇਆ ਵੀ ਇੱਕ ਵਾਰੀ ਦਰਸ਼ਨ ਕਰੀਏ ਜਿਨ੍ਹਾਂ ਦੀ ਇੰਨੀ ਸਿਫਤ ਹੋ ਰਹੀ ਸੰਸਾਰ ਅੰਦਰ। ਭਇਓ ਠਾੜ ਜਬ ਗੁਰ ਕੇ ਦੁਆਰੇ। ਇਸ ਤਰ੍ਹਾਂ ਮਨ ਵਿੱਚ ਇੱਛਾ ਸ਼ਰਧਾ ਰੱਖ ਕੇ ਦਰਸ਼ਨਾਂ ਦੀ ਇਹ ਬ੍ਰਾਹਮਣ ਗੁਰੂ ਅਮਰਦਾਸ ਮਹਾਰਾਜ ਦੇ ਦਰਵਾਜ਼ੇ ਖੜਿਆ ਹੈ। ਤਬ ਸਿੱਖਿਅਨ ਇਮ ਬਾਕ ਉਚਾਰੇ। ਅੱਗੋਂ ਸਿੱਖਾਂ ਨੇ ਬ੍ਰਾਹਮਣ ਨੂੰ ਇਸ ਤਰ੍ਹਾਂ ਦੱਸਿਆ ਵੈ ਗੁਰ ਆਗਿਆ ਕੋ ਸੁਨਿਬੋ ਕਰੀਐ ਹੈ। ਕਿ ਇਹ ਭਾਈ ਗੁਰੂ ਕੀ ਆਗਿਆ ਹੋਈ ਆ ਬ੍ਰਾਹਮਣ ਜੀ, ਉਹ ਸੁਣਨਾ ਕਰੋ ਤੁਸੀਂ। ਬਾਹਰ ਨਿਕੇਤ ਪਰ ਮਹਿ ਬਰੀਐ ਹੈ। ਕਿ ਪਹਿਲਾਂ ਲੰਗਰ ਛਕੋ, ਮਹਾਰਾਜ ਦਾ ਹੁਕਮ ਹੈ ਵੀ ਪਹਿਲਾਂ ਪੰਗਤ ਪਿੱਛੋਂ ਸੰਗਤ। ਇਸ ਕਰਕੇ ਬ੍ਰਾਹਮਣ ਜੀ ਪਹਿਲਾਂ ਲੰਗਰ ਵਿੱਚ ਜਾ ਕੇ ਲੰਗਰ ਛਕੋ ਤੇ ਫੇਰ ਦਰਵਾਜ਼ੇ ਵਿੱਚ ਪ੍ਰਵੇਸ਼ ਕਰੋ, ਫਿਰ ਮਹਾਰਾਜ ਦੇ ਦਰਸ਼ਨ ਹੋ ਸਕਣਗੇ। ਪ੍ਰਥਮ ਦੇਗ ਤੇ ਅਚਵਹ ਜਾਏ। ਪਹਿਲਾਂ ਤੁਹਾਨੂੰ ਦੇਗ ਲੰਗਰ ਤੋਂ ਜਾ ਕਰਕੇ ਪ੍ਰਸ਼ਾਦਾ ਛਕਣਾ ਪਵੇਗਾ, ਪੀਛੇ ਗੁਰ ਦਰਸ਼ਨ ਕੋ ਪਾਏ। ਤੇ ਫੇਰ ਸਤਿਗੁਰਾਂ ਦੇ ਦਰਸ਼ਨ ਕਰ ਲੈਣਾ, ਇਹ ਮਹਾਰਾਜ ਦਾ ਹੁਕਮ ਹੈ। ਸੁਨ ਕਰ ਖੇਡੇ ਕੀਨ ਵਿਚਾਰਨ। ਇਹ ਸੁਣ ਕੇ ਸਿੱਖਾਂ ਤੋਂ ਖੇੜੇ ਬ੍ਰਾਹਮਣ ਨੇ ਮਨ ਵਿੱਚ ਵਿਚਾਰ ਕੀਤੀ ਆ ਮੈਂ ਕਿਵੇਂ ਕਰਹਾ ਨੇਮ ਨਿਵਾਰਨ। ਵੀ ਮੈਂ ਆਪਦਾ ਨਿਯਮ ਜਿਹੜਾ ਬਣਾਇਆ ਹੋਇਆ ਵੀ ਕਿਸੇ ਹੱਥੋਂ ਛਕਦਾ ਨਹੀਂ, ਜਾਂ ਇਹ ਜਾਂਦੇ ਸੀ ਤੇ ਨਾ ਪਾਣੀ ਪੀਂਦੇ ਸੀ, ਯਾਤਰਾ ਕਰਦਿਆਂ ਹੋਇਆਂ ਨਾ ਕੁਝ ਖਾਂਦੇ ਸੀ। ਇਹ ਬ੍ਰਾਹਮਣ ਕਹਿੰਦਾ ਵੀ ਮੈਂ ਤਾਂ ਯਾਤਰਾ ਕਰਦਾ ਕੁਝ ਛਕਦਾ ਛਕਾਉਂਦਾ ਨਹੀਂ, ਸੋਚਦਾ ਤੇ ਹੁਣ ਮੈਂ ਕਿਵੇਂ ਆਪਦਾ ਵਰਤ ਨਿਯਮ ਤੋੜ ਦੇਵਾਂ, ਕਿਵੇਂ ਖਾ ਲਵਾਂ ਰਸਤੇ ਵਿੱਚੋਂ। ਸੋਚ ਕਰ ਕਰੋ ਆਹਾਰ ਹਮੇਸ਼ੂ। ਬਾਕੀ ਮੈਂ ਵੈਸੇ ਵੀ ਬੜੀ ਸੁਚਮਤਾ ਦੇ ਨਾਲ ਆਹਾਰ ਬਣਾਉਣਾ, ਭੋਜਨ ਤਿਆਰ ਕਰਦਾ ਹਾਂ। ਗੁਰ ਕੀ ਦੇਗ ਪ੍ਰਵੇਸ਼ ਅਸ਼ੇਸ਼ੂ। ਤੇ ਗੁਰੂ ਕੀ ਦੇਗ ਲੰਗਰ ਵਿੱਚ ਸਾਰੇ ਖੁੱਲੇ ਤੁਰੇ ਫਿਰਦੇ ਐ, ਮੈਂ ਤਾਂ ਕੱਲਾ ਕਾਰਾਂ ਕੱਢ ਕੇ ਚੌਂਕਾ ਪੂਰ ਕੇ ਬੜੇ ਨਿਯਮ ਨਾਲ ਚੌਂਕੇ ਵਿੱਚ ਬਹਿ ਕੇ ਛਕਦਾ। ਤੇ ਗੁਰੂ ਕੇ ਲੰਗਰ ਵਿੱਚ ਤਾਂ ਨੀਵੀਂ ਉੱਚੀ ਜਾਤੀ ਦੇ ਸ਼ੂਦਰ ਆਦਿਕ ਸਾਰੇ ਤੁਰੇ ਫਿਰਦੇ ਐ। ਆਸ਼ਰਮ ਵਰਨ ਨੇਮ ਵਿਵਹਾਰ। ਜਿਹੜਾ ਆਸ਼ਰਮ 4 ਹੈ ਤੇ 4 ਵਰਨ ਬਣਾਏ ਹੋਏ ਐ, ਹੋਰ ਜਿਹੜੇ ਵਿਵਹਾਰ ਆਸ਼ਰਮ ਦਾ ਤੇ ਵਰਨ ਦਾ, ਬ੍ਰਾਹਮਣ ਖੱਤਰੀ ਸੂਦ ਬੈਸ 4 ਵਰਨ, ਤੇ ਬ੍ਰਹਮਚਾਰੀ ਗ੍ਰਹਿਸਤੀ ਬਾਨਪ੍ਰਸਥ ਤੇ ਸੰਨਿਆਸੀ 4 ਜਿਹੜੇ ਆਸ਼ਰਮ, ਇਹ ਜਿਹੜੇ ਇਹਨਾਂ ਦੇ ਨਿਯਮ ਹਨ। ਗੁਰ ਕੋ ਮਿਲਹਿ ਸਕਲ ਨਿਰਵਾਰ। ਤੇ ਇਹ ਮੈਂ ਕਿਵੇਂ ਗੁਰੂ ਨੂੰ ਮਿਲਣ ਵਾਸਤੇ ਸਾਰਿਆਂ ਨੂੰ ਛੱਡ ਦੇਵਾਂ। ਐਸਾ ਕੋ ਵੱਡ ਪ੍ਰੇਮੀ ਹੋਏ। ਵੀ ਇਹੋ ਜਿਹਾ ਜੇ ਕੋਈ ਵੱਡਾ ਪ੍ਰੇਮੀ ਹੋਵੇ, ਪ੍ਰੇਮ ਧਾਰਨ ਵਾਲਾ, ਗੁਰ ਹਿਤ ਰੱਖੈ ਅਪਰ ਸਭ ਖੋਏ। ਤੇ ਜਿਹੜਾ ਗੁਰੂ ਦਾ ਪ੍ਰੇਮ ਰੱਖਣ ਵਾਸਤੇ ਹੋਰ ਸਭ ਕੁਝ ਗਵਾ ਦੇਵੇ, ਛੱਡ ਦੇਵੇ। ਦੁਰਲਭ ਵਰਨ ਸੋ ਆਸ਼ਰਮ ਧਰਮ। ਭਾਵ ਕਵੀ ਜੀ ਕਹਿੰਦੇ ਆਪਦੇ ਕੋਲੋਂ, ਕਹਿੰਦੇ ਮਹਾਰਾਜ ਦਾ ਕੋਈ ਪ੍ਰੇਮੀ ਹੋਵੇ, ਸਭ ਆਸ਼ਰਣ ਬ੍ਰਹਮ ਛੱਡ ਕਰਕੇ ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਜਿਹੜਾ ਵਾ ਉਹ ਪ੍ਰੇਮ ਧਾਰੇ। ਤੋ ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਿਲੇ। ਤੋ ਦੁਰਲਭ ਵਰਨ ਸੋ ਆਸ਼ਰਮ ਧਰਮ। ਪਰ ਇਹ ਕਹਿੰਦਾ ਹੈ ਵੀ ਠੀਕ ਹੈ ਲੰਗਰ ਤਾਂ ਛਕ ਲਈਏ, ਪਰ ਜਿਹੜੇ ਮੇਰੇ ਨੇਮ ਹੈ ਨਾ, ਨਿਯਮ ਕੀਤੇ ਹੋਏ, ਜਾਂ ਜਿਹੜੇ ਵਰਨ ਤੇ ਆਸ਼ਰਮ ਹੈ, ਇਹ ਦੁਰਲਭ ਹੈ। ਇਹ ਦੁਰਲਭ ਇਹਨਾਂ ਦਾ ਧਰਮ ਹੈ, ਨਿਯਮ ਰੱਖਣਾ ਬੜਾ ਔਖਾ ਹੈ। ਮਸਾਂ ਮੈਂ ਸਾਰੀ ਜ਼ਿੰਦਗੀ ਪਾਲਣਾ ਕੀਤੀ ਹੈ। ਨਹਿ ਤਜ ਸਕਾਂ ਸਹਿਤ ਜਗ ਸ਼ਰਮ। ਤੇ ਮੈਂ ਸੰਸਾਰ ਦੀ ਲੱਜਾ ਸਮੇਤ ਇਹ ਨਹੀਂ ਛੱਡ ਸਕਦਾ, ਮੈਂ ਨਹੀਂ ਛੱਡ ਸਕਦਾ ਕੁਲਾਚਾਰੀ ਚੌਂਕੇ 'ਚ ਬਹਿ ਕੇ ਛਕਣਾ, ਜਾਂ ਜਿਹੜੇ ਵੀ ਵਰਨ ਆਸ਼ਰਮ ਦੇ ਸਾਡੇ ਨਿਯਮ ਬਣੇ ਆ ਉਹ ਮੈਂ ਛੱਡ ਨਹੀਂ ਸਕਦਾ ਹਾਂ। ਇਮ ਔਰ ਤਰਕਤ ਹਟ ਸੋ ਰਹਿਓ। ਇਸ ਤਰ੍ਹਾਂ ਨਾ ਮਨ ਵਿੱਚ ਤਰਕ ਜੀ ਕੀਤੀ ਇਹਨੇ, ਤੇ ਮਹਾਰਾਜ ਦੇ ਦਰਸ਼ਨ ਨਾ ਕੀਤੇ, ਪਿੱਛੇ ਹਟ ਆਇਆ, ਮੁੜ ਆਇਆ ਹੈ। ਅੰਤਰ ਗਇਓ ਨਾ ਦਰਸ਼ਨ ਲਹਿਓ। ਨਾ ਇਹਨੇ ਲੰਗਰ ਛਕਿਆ ਤੇ ਨਾ ਮਹਾਰਾਜ ਦੇ ਅੰਦਰ ਦਰਬਾਰ ਵਿੱਚ ਗਿਆ, ਨਹੀਂ ਇਹਨੇ ਦਰਸ਼ਨ ਕੀਤੇ ਐ। ਗਮਨਿਓ ਪੰਥ ਅਗਾਰੀ ਫੇਰ। ਇਥੋਂ ਫਿਰ ਅਗਾਂਹ ਤੁਰ ਪਿਆ ਜਿੱਧਰ ਜਾਣਾ ਸੀ ਦੁਰਗਾ ਦੇ ਦਰਸ਼ਨ ਕਰਨ। ਲਿਓ ਸੰਗ ਮਹਿ ਸੰਗ ਬਡੇਰ। ਤੇ ਆਪਦੇ ਨਾਲ ਬਹੁਤ ਸਾਰੀ ਸੰਗਤ ਇਹਨੇ ਲੈ ਲਈ, ਜਿਹੜੀ ਸੰਗਤ ਪਿੱਛੋਂ ਲੈ ਕੇ ਆਇਆ। ਗੋਇੰਦਵਾਲ ਤਜਿਓ ਦੋਇ ਕੋਸ। ਤੇ ਗੋਂਦਵਾਲ ਜਦੋਂ
ਤੁਰਿਆ ਗੋਇੰਦਵਾਲ ਸਾਹਿਬ ਤੋਂ ਤੇ 2 ਕੋ ਖਾਲਸਾ ਜੀ ਗੋਇੰਦਵਾਲ ਸਾਹਿਬ ਤੋਂ ਜਦੋਂ ਇਹ ਬ੍ਰਾਹਮਣ ਅੱਗੇ ਦੁਰਗਾ ਦੇਵੀ ਦੇ ਦਰਸ਼ਨ ਕਰਨ ਦਾ ਰਾਹ ਗੋਇੰਦਵਾਲ ਸਾਹਿਬ 2 ਕੋ ਪਿੱਛੇ ਛੱਡਿਆ ਜਦ ਜਾਏ ਕਰਿਓ ਡੇਰਾ ਸ਼ਰਮ ਹੋਸ। ਤੇ ਥਕਾਵਟ ਜੀ ਹੋ ਗਈ ਸੀ ਤੇ ਇਉਂ ਜਾਣੋ ਵੀ ਉੱਥੇ ਜਾ ਕਰਕੇ ਡੇਰਾ ਕੀਤਾ ਹੈ, ਪੜਾ ਕੀਤਾ ਹੈ, ਠਹਿਰ ਗਿਆ ਹੈ ਖਾਨ ਪਾਨ ਕਰ ਜਬ ਸੋਇਓ। ਤੇ ਆਪਦਾ ਭਾਵ ਖਾਣ ਪਾਣ ਤਿਆਰ ਆਪ ਕੀਤਾ ਹੈ। ਜਦੋਂ ਐਨ ਆਪਦੇ ਨਿਯਮ ਵਰਤ ਦੇ ਨਾਲ ਸੁਚਮ ਨਾਲ ਜਿਵੇਂ ਕਰਦੇ ਆ ਕੋਈ ਚੌਂਕਾ ਪੂਰ ਕੇ ਆਦਿਕ ਉਹ 5 ਫੁੱਟ ਦੇ 2-4 ਫੁੱਟ ਮਿੱਟੀ ਪੁੱਟ ਕੇ ਵੇਖਦੇ ਆ ਵੀ ਥੱਲੇ ਕੋਈ ਹੱਡ ਨਹੀਂ। ਇਸ ਤਰ੍ਹਾਂ ਦਾ ਜਦੋਂ ਇਹ ਕਰਕੇ ਨਿਯਮ ਵਰਤ ਤੇ ਬ੍ਰਾਹਮਣ ਪ੍ਰਸ਼ਾਦਾ ਛਕ ਕੇ ਰਾਤ ਸੁੱਤਾ ਹੈ। ਮਹਾ ਭਿਆਨਕ ਸੁਪਨੋ ਹੋਇਓ। ਇਹ ਬ੍ਰਾਹਮਣ ਖੇੜੇ ਨੂੰ ਬੜਾ ਭਿਆਨਕ ਰਾਤੀ ਸੁਪਨਾ ਆਇਆ। ਦਾਰੁਣ ਰੂਪ ਕਾਲ ਕਾ ਹੀਰ। ਬੜਾ ਭਿਆਨਕ ਰੂਪ ਇਹਨੇ ਕਾਲਕਾ ਜਿਹੜੀ ਮਾਤਾ ਵਾ ਕਾਲੀ ਦੇਵੀ ਦਾ ਵੇਖਿਆ। ਤਰਾਸ ਪਾਏ ਕਰ ਬੋਲਿਓ ਫੇਰ। ਤੇ ਸੁਪਨੇ ਦੇ ਵਿੱਚ ਇਹ ਬੜਾ ਬ੍ਰਾਹਮਣ ਡਰਿਆ ਤੇ ਇਸ ਤਰ੍ਹਾਂ ਬੋਲਿਆ ਹੈ, ਹੇ ਮਾਤਾ ਮੈਂ ਭਗਤ ਤੁਮਾਰਾ। ਤੇ ਜਦੋਂ ਉਹਦਾ ਭਿਆਨਕ ਰੂਪ ਇਹਨੇ ਵੇਖਿਆ ਤੇ ਮਾਈ ਕਾਲਕਾ ਨੂੰ ਸੁਪਨੇ ਵਿੱਚ ਹੀ ਇਹ ਬੋਲਦਾ ਕਹਿੰਦਾ, ਹੇ ਮਾਤਾ ਦੇਵੀ ਮੈਂ ਤਾਂ ਤੇਰਾ ਭਗਤ ਹਾਂ ਬੜਾ। ਕਰੂਰ ਜੋਗਨੀ ਮੋਹਿ ਪਰਵਾਰਾ। ਤੇ ਮੇਰੇ ਤੇ ਜਿਹੜਾ ਕਰੂਰ ਕਰੜੀਆਂ ਜੋਗਣੀਆਂ ਜਿਹੜੀਆਂ 64 ਜੋਗਣੀਆਂ ਹਨ ਉਹਨਾਂ ਨੇ ਜੋਗਣੀਆਂ ਨੇ ਮੈਨੂੰ ਭਾਰੀ ਘੇਰਾ ਪਾਇਆ। ਇਨ ਤੇ ਰੱਛਾ ਮੇਰੀ ਕਰੀ ਹੈ। ਇਹ ਮਾਈ ਆਪ ਮੇਰੀ ਇਹਨਾਂ ਤੋਂ ਸਦਾ ਰੱਖਿਆ ਕਰਦੀ ਆਈ ਹੋ, ਹੁਣ ਵੀ ਕਰਨਾ ਰੋ। ਨਹਿ ਭਖ ਹੈ ਸਗਰੀ ਨਿਰਵਰਿਆ ਹੈ। ਤੇ ਇਹਨਾਂ ਸਾਰਿਆਂ ਨੂੰ ਨਾਸ਼ ਕਰੋ, ਮੈਨੂੰ ਨਾ ਭਖ ਸਕਣ, ਖਾ ਨਾ ਸਕਣ। ਕੌਣ ਦੋਸ਼ ਮੇਰੋ ਆਸ ਜੋਵਾ। ਤੇ ਇਸ ਤਰ੍ਹਾਂ ਜਿਹੜਾ ਹੈ ਨਾ ਮੇਰੇ ਨਾਲ ਤੂੰ ਕਰੋ ਵੀ ਮੈਨੂੰ ਭਖ ਨਾ ਸਕਣ, ਇਹਨਾਂ ਦਾ ਨਾਸ਼ ਕਰੋ। ਫਿਰ ਇਹ ਸੁਪਨੇ 'ਚ ਹੀ ਬ੍ਰਾਹਮਣ ਕਹਿੰਦਾ ਹੈ ਕਾਲਕਾ ਦੇਵੀ ਨੂੰ ਕਿ ਮੇਥੋਂ ਕੀ ਗੁਣ ਔਗਣ ਹੋਇਆ, ਕੀ ਮੇਥੋਂ ਕਸੂਰ ਹੋਇਆ ਜਿਸ ਤੇ ਤਰਾਸਕ ਦਰਸ਼ਨ ਹੋਵਾ। ਜਿਸ ਕਰਕੇ ਬੜੇ ਭਿਆਨਕ ਤੁਸੀਂ ਮੈਨੂੰ ਆਣ ਦਰਸ਼ਨ ਦਿੱਤੇ ਆ। ਸੁਪਨੇ ਮਹਿ ਤਿਸ ਕੋ ਸਮਝਾਇਓ। ਜਾਂ ਤੁਹਾਡੇ ਦਰਸ਼ਨਾਂ ਕਰਕੇ ਬੜਾ ਡਰ ਹੋਇਆ। ਇਹ ਸੁਣ ਕੇ ਉਹ ਮਾਈ ਕਾਲੀ ਉਹਨੇ ਬ੍ਰਾਹਮਣ ਖੇੜੇ ਨੂੰ ਸੁਪਨੇ ਵਿੱਚ ਹੀ ਫਿਰ ਅੱਗੋਂ ਜਵਾਬ ਦਿੱਤਾ। ਇਹ ਬ੍ਰਾਹਮਣ ਸੁਪਨਾ ਵੇਖ ਰਿਹਾ, ਸੁਪਨੇ ਦਾ ਕੌਤਕ ਕਵੀ ਜੀ ਲਿਖ ਰਹੇ ਆ। ਉਹ ਕਾਲਕਾ ਦੇਈ ਨੇ ਇਹਨੂੰ ਜਵਾਬ ਦਿੱਤਾ। ਫਿਰ ਤੋ ਭਗਤ ਤਬ ਦਰਸ਼ਨ ਪਾਇਓ। ਕਹਿੰਦੀ ਆ ਕਿ ਇਹ ਖੇੜੇ ਬ੍ਰਾਹਮਣ ਹੈ ਤੇ ਤੂੰ ਮੇਰਾ ਭਗਤ, ਤਾਂ ਹੀ ਤੈਨੂੰ ਦਰਸ਼ਨ ਦਿੱਤੇ ਆ। ਸਤਿਗੁਰ ਤੇ ਬੇਮੁਖ ਹੋਏ ਆਵਾ। ਪਰ ਜਿਹੜਾ ਤੂੰ ਗੁਰੂ ਅਮਰਦਾਸ ਮਹਾਰਾਜ ਤੋਂ ਬੇਮੁਖ ਹੋ ਕੇ ਉਹਨਾਂ ਦੇ ਦਰਵਾਜ਼ੇ ਤੋਂ ਮੁੜ ਆਇਆ ਹੈ, ਜਾਂ ਤੇ ਤੋਹੇ ਤਰਾਸ ਦਰਸਾਵਾ। ਇਸ ਕਰਕੇ ਤੈਨੂੰ ਰਾਤ ਨੂੰ ਹੁਣ ਸੌਂਦਿਆਂ ਡਰ ਆ ਰਹੇ ਹੈ, ਜਾਂ ਮੇਰੇ ਦਰਸ਼ਨ ਕਰਕੇ ਭੈ ਮੰਨਦਿਆਂ ਡਰ ਲੱਗਦਾ ਹੈ, ਕਿਉਂਕਿ ਤੂੰ ਪੂਰੇ ਗੁਰੂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਮੁੜ ਆਇਆ ਬੇਮੁਖ ਹੋ ਕਰਕੇ। ਮੋਹੇ ਭਗਤ ਕਰ ਬੇਫਲ ਇਹੋ ਹੈ। ਤੇ ਮੇਰੇ ਦਰਸ਼ਨ ਜਿਹੜੇ ਤੈਨੂੰ ਮਿਲੇ ਆ ਮੇਰੀ ਭਗਤੀ ਦਾ ਫਲ ਹੋ ਰਹੇ ਆ। ਸ਼ਰਧਾ ਯੁਤ ਗੁਰ ਦਰਸ਼ਨ ਲਹਿ ਹੈ। ਜਾਂ ਮੇਰੀ ਕੀਤੀ ਭਗਤੀ ਦਾ ਫਲ ਚਾਹਣਾ ਹੈ ਤੇ ਸ਼ਰਧਾ ਸਹਿਤ ਨਿਵ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨੇ ਕਰ। ਨਾਹੀਂ ਤਾਂ ਮੇਰੀ ਭਗਤ ਨਾ ਪਾਵੈ। ਤੇ ਨਹੀਂ ਤਾਂ ਤੈਨੂੰ ਮੇਰੀ ਭਗਤੀ ਦਾ ਕੋਈ ਫਲ ਨਹੀਂ ਮਿਲੇਗਾ। ਗੁਰ ਤੇ ਬੇਮੁਖ ਹੋਏ ਦਰਸਾਵੈ। ਹਾਂ ਗੁਰੂ ਕੇ ਸਤਿਗੁਰਾਂ ਤੋਂ ਬੇਮੁਖ ਹੋਏਗਾ ਤੇ ਫਿਰ ਡਰ ਲੱਗੇਗਾ। ਇਉਂ ਹੀ ਸਦਾ ਜਿਹੜਾ ਵਾ ਉਹ ਤਰਾਸ ਜਿਹੜਾ ਡਰ ਹੈ ਨਾ ਉਹ ਸਦਾ ਤੈਨੂੰ ਘੇਰੀ ਰੱਖੇਗਾ। ਗੁਰੂ ਤੋਂ ਬੇਮੁਖ ਹੋ ਕੇ ਭਗਤੀ ਪ੍ਰਾਪਤ ਨਹੀਂ ਹੋਵੇਗੀ। ਜਗਤ ਉਧਰਨ ਹਿਤ ਅਵਤਾਰ। ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇਹ ਭਗਤ ਜਿਹੜਾ ਅਵਤਾਰ ਹੋਇਆ ਉਹ ਸੰਸਾਰ ਦੇ ਉਧਾਰਨ ਵਾਸਤੇ, ਸੰਸਾਰ ਨੂੰ ਡੁੱਬਦੇ ਸੰਸਾਰ ਨੂੰ ਸਮੁੰਦਰ ਵਿੱਚ ਜੀਵਾਂ ਨੂੰ ਡੁੱਬਦਿਆਂ ਨੂੰ ਕੱਢਣ ਮਾਤਰ ਹੋਇਆ ਹੈ। ਭਗਤ ਰੂਪ ਹੋਏ ਰਹਿਤ ਉਦਾਰ। ਤੇ ਉਹ ਭਗਤੀ ਰੂਪ ਧਾਰਿਆ ਪਰਮੇਸ਼ਰ ਨੇ। ਸੰਸਾਰ ਵਿੱਚ ਬੜੇ ਸਖੀ ਹਨ ਤੋ ਬੜੇ ਸਖੀ ਦਾਤੇ ਹਨ। ਭਗਤੀ ਦੀ ਦਾਤ ਸਭ ਜੀਵਾਂ ਨੂੰ ਬਖਸ਼ ਰਹੇ ਹੈ। ਲੱਖਾਂ ਲੋਕ ਸਮਤ ਕੋ ਪਾਏ। ਤੇ ਉਹਨਾਂ ਪਾਸ ਜਾ ਕੇ ਲੱਖਾਂ ਲੋਕ ਹੈ ਜਿਹੜੇ ਪਾਪੀ ਤੋਂ ਪਾਪੀ ਗੁਰੂ ਅਮਰਦਾਸ ਮਹਾਰਾਜ ਪਾਸੋਂ
ਫੇਰ ਮਤ ਪ੍ਰਾਪਤ ਕਰਦੇ ਐ। ਸਿੱਖੀ ਮਾਰਗ ਕੋ ਪ੍ਰਗਟਾਏ। ਧੰਨ ਗੁਰੂ ਅਮਰਦਾਸ ਜੀ ਸੰਸਾਰ ਅੰਦਰ ਸਿੱਖੀ ਦਾ ਮਾਰਗ ਪ੍ਰਗਟ ਕਰ ਰਹੇ ਐ, ਪੰਥ ਕਰ ਰਹੇ ਐ। ਦੁਰੇ ਰਹੈ ਪ੍ਰਭ ਕੀ ਅਵਤਾਰ। ਉਹ ਤਰ੍ਹਾਂ ਛੁਪ ਕੇ ਰਹਿੰਦੇ ਹੈ ਤੇ ਬ੍ਰਾਹਮਣ ਜਾਣ ਲੈ ਉਹ ਕੋਈ ਸਧਾਰਨ ਪੁਰਖ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਰਮੇਸ਼ਰ ਦਾ ਅਵਤਾਰ ਹਨ। ਅਕਾਲ ਪੁਰਖ ਸੰਸਾਰ ਤੇ ਆਇਆ ਹੈ, ਮਨੁੱਖ ਦੀ ਕਿਰਿਆ ਵਿੱਚ ਰਹਿੰਦੇ ਆ ਤੇ ਉਸ ਤਰ੍ਹਾਂ ਛੁਪ ਕੇ ਰਹਿੰਦੇ ਹਨ। ਹਟ ਅਬ ਮਿਲਹਾ ਪਰਮ ਨਿਰਵਾਰ। ਤੇ ਮੇਰੀ ਯਾਤਰਾ ਛੱਡ ਇੱਥੋਂ ਮੁੜ ਜਾ, ਜੇ ਲੱਗ ਗਈ ਹੈ ਗੋਇੰਦਵਾਲ ਸਾਹਿਬ, ਮਨ ਦੇ ਭਰਮ ਛੱਡ ਕੇ ਜਾਂ ਭਰਮਾਂ ਦਾ ਨਾਸ਼ ਕਰ ਲੈ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰ ਲੈ। ਸੁਨ ਸੁਪਨੇ ਮਹਿ ਬੰਧਨ ਕੀਨ। ਇਉਂ ਸੁਣ ਕੇ ਖੇੜੇ ਬ੍ਰਾਹਮਣ ਨੇ ਸੁਪਨੇ ਵਿੱਚ ਹੀ ਸਾਰੀ ਉਹ ਗੱਲਬਾਤ ਤੇ ਸੁਪਨੇ 'ਚ ਹੀ ਨਮਸਕਾਰ ਕੀਤੀ ਆ, ਮੱਥਾ ਟੇਕ ਦਿੱਤਾ। ਜਾਗਿਓ ਪੁਨ ਅਚਰਜ ਮਨ ਲੀਨ। ਤੇ ਇੱਕ ਕਿਰਨ ਡਰ ਕੇ ਜਦੋਂ ਜਾਗਿਆ ਤੇ ਮਨ ਬੜਾ ਹੈਰਾਨ ਹੁੰਦਾ ਹੈ। ਮਨ ਨੇ ਬੜੀ ਹੈਰਾਨੀ ਜੀ ਧਾਰੀ ਹੈ। ਦੋਹਰਾ ਭਈ ਪੁਰ ਉਠ ਕਰ ਹਟਿਓ। ਜਦੋਂ ਅੰਮ੍ਰਿਤ ਵੇਲਾ ਹੋਇਆ, ਦਿਨ ਚੜ੍ਹਿਆ ਤੇ ਇੱਥੋਂ ਹੀ ਬ੍ਰਾਹਮਣ ਪਿੱਛੇ ਫਿਰ ਮੁੜਿਆ ਗੋਇੰਦਵਾਲ ਨੂੰ। ਦਰਸ਼ਨ ਕੀ ਗੁਰਪ੍ਰੀਤ। ਇਹਦੇ ਮਨ ਵਿੱਚ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਦੀ ਗਾੜੀ ਪ੍ਰੀਤੀ ਹੈ, ਬੜਾ ਪ੍ਰੇਮ ਹੈ। ਆਇਆ ਗੋਇੰਦਵਾਲ ਮਹਿ। ਉਥੋਂ ਬੈਗ ਪਿੱਛੇ ਮੁੜਿਆ ਤੇ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਕਰਨ ਗੋਇੰਦਵਾਲ ਪਹੁੰਚਾ। ਡੇਢ ਸ਼ਰਧਾ ਧਰ ਚੀਤ। ਮਨ ਵਿੱਚ ਪੱਕੀ ਸ਼ਰਧਾ ਰੱਖੀ ਹੁਣ ਗੁਰੂ ਅਮਰਦਾਸ ਮਹਾਰਾਜ ਤੇ ਕਿ ਸਤਿਗੁਰਾਂ ਦੇ ਦਰਸ਼ਨ ਦੀਦਾਰ ਜਿਹੜੇ ਐ ਇੰਨੇ ਸਫਲ ਐ ਵੀ ਇਹਨਾਂ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਦੀ ਕੀਤੀ ਹੋਈ ਭਗਤੀ ਵੀ ਫਲ ਨਹੀਂ ਦਿੰਦੀ। ਦੇਵੀ ਦੇਵਤੇ ਦੀ ਕੀਤੀ ਹੋਈ ਭਗਤੀ ਫਲ ਉਦੋਂ ਦਿੰਦੀ ਆ ਗੁਰੂ ਅੰਗਦ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣ ਤਾਂ। ਗੁਰੂ ਤੋਂ ਬੇਮੁਖ ਨੂੰ ਇਹ ਦੇਵੀ ਦੇਵਤੇ ਵੀ ਕੋਈ ਥਾਂ ਨਹੀਂ ਦਿੰਦੇ ਆ।